ਹੈਲੋ ਡੀਅਰ ਸਟੂਡੈਂਟਸ। ਤਾਂ ਅੱਜ ਦਾ ਆਪਣਾ ਟੌਪਿਕ ਆ ਚਾਰਟਰ ਐਕਟ ਆਫ 1793। ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਪਿਛਲੇ ਐਕਟ ਦੇ ਵਿੱਚ ਆਪਾਂ ਨੇ ਕੀ ਪੜ੍ਹਿਆ ਸੀ ਕਿ ਜਿਹੜੀ ਬ੍ਰਿਟਿਸ਼ ਗੌਰਮੈਂਟ ਸੀ ਉਹਨੇ ਕੀ ਕੀਤਾ ਸੀ, ਕੰਪਨੀ ਦੀਆਂ ਐਕਟੀਵਿਟੀਜ਼ ਨੂੰ ਰੈਗੂਲੇਟ ਕਰਨ ਵਾਸਤੇ 20 ਈਅਰਸ ਦੇ ਟਾਈਮ ਪੀਰੀਅਡ ਦੇ ਵਿੱਚ ਐਕਟ ਰਿਲੀਜ਼ ਕਰਨੇ ਹੁੰਦੇ ਸੀ। ਫਸਟ ਐਕਟ ਆਪਾਂ ਨੇ ਕਿਹੜਾ ਦੇਖਿਆ ਸੀ, ਐਕਟ ਆਫ 1773। ਉਹਦੇ ਵਿੱਚ ਡਿਫੈਕਟ ਸੀ, ਤਾਂ ਕਰਕੇ ਆਪਾਂ ਨੇ ਦੋ ਐਕਟ ਹੋਰ ਪੜ੍ਹੇ ਸੀ। ਇੱਕ ਆਪਣੇ ਕੋਲ ਸੀ ਐਕਟ ਆਫ ਸੈਟਲਮੈਂਟ ਔਰ ਇੱਕ ਸੀ ਆਪਣੇ ਕੋਲ ਪਿਟਸ ਇੰਡੀਆ ਐਕਟ। ਉਹਨਾਂ ਨੂੰ ਉਹ ਵਾਲੇ ਐਕਟਸ ਨੂੰ ਕਵਰ ਕਰਨ ਤੋਂ ਬਾਅਦ ਦੇ ਵਿੱਚ ਹੁਣ 20 ਈਅਰਸ ਦੇ ਟਾਈਮ ਪੀਰੀਅਡ ਦੇ ਬਾਅਦ ਜਿਹੜਾ ਐਕਟ ਰਿਲੀਜ਼ ਹੋਣਾ ਸੀ ਉਹ ਤਾਂ ਹੋਊਗਾ ਹੀ। ਤਾਂ ਆਪਣੇ ਕੋਲ ਨੈਕਸਟ ਐਕਟ ਆ ਜਾਂਦਾ ਚਾਰਟਰ ਐਕਟ ਆਫ 1793। ਇਹਦੇ ਵਿੱਚ ਜਿਹੜੀ ਟ੍ਰੇਡ ਮੋਨੋਪਲੀ ਸੀ ਉਹਨੂੰ ਉਸੇ ਤਰੀਕੇ ਨਾਲ ਕੰਟੀਨਿਊ ਕਰ ਦਿੱਤਾ ਗਿਆ ਸੀ ਨੈਕਸਟ 20 ਈਅਰਸ ਦੇ ਲਈ। ਠੀਕ ਹੈ, ਜਿਵੇਂ ਹੁਣ ਤੱਕ ਟ੍ਰੇਡ ਚੱਲਦੀ ਆ ਰਹੀ ਸੀ ਕਿ ਜਿਹੜੀ ਬ੍ਰਿਟਿਸ਼ ਗੌਰਮੈਂਟ ਸੀ ਉਹਨੇ ਸਿਰਫ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ ਹੀ ਟ੍ਰੇਡ ਮੋਨੋਪਲੀ ਦਿੱਤੀ ਹੋਈ ਸੀ। ਸਿਮਿਲਰਲੀ ਨੈਕਸਟ 20 ਈਅਰਸ ਦੇ ਲਈ ਵੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ ਹੀ ਟ੍ਰੇਡ ਮੋਨੋਪਲੀ ਮਿਲੀ ਹੋਈ ਸੀ ਕਿ ਇੰਡੀਆ ਦੇ ਵਿੱਚ ਸਿਰਫ ਉਹੀ ਟ੍ਰੇਡ ਕਰ ਸਕਦੀ ਆ। ਤੇ ਇਸ ਤੋਂ ਇਲਾਵਾ ਆਪਣੇ ਕੋਲ ਨੈਕਸਟ ਪੁਆਇੰਟ ਆ ਜਾਂਦਾ ਦ ਗਵਰਨਰ ਜਨਰਲ ਵਾਜ਼ ਗਿਵਨ ਮੋਰ ਪਾਵਰਸ। ਠੀਕ ਹੈ, ਇਹਦੇ ਵਿੱਚ ਸਿੱਧੀ ਜੀ ਗੱਲ ਕੀ ਆ ਕਿ ਜਿਹੜਾ ਗਵਰਨਰ ਜਨਰਲ ਸੀ ਉਹਦੀ ਆਪਾਂ ਨੇ ਫਸਟ ਐਕਟ ਦੇ ਵਿੱਚ ਕੀ ਪੜ੍ਹਿਆ ਸੀ, 4 ਮੈਂਬਰਸ ਦੀ ਐਗਜ਼ੀਕਿਊਟਿਵ ਕਾਊਂਸਿਲ ਹੁੰਦੀ ਸੀ। ਬਟ ਬਾਅਦ ਦੇ ਵਿੱਚ ਗਵਰਨਰ ਜਨਰਲ ਦੀਆਂ ਪਾਵਰਸ ਨੂੰ ਵਧਾਉਣ ਵਾਸਤੇ ਇੱਕ ਮੈਂਬਰ ਨੂੰ ਘਟਾ ਦਿੱਤਾ ਗਿਆ ਸੀ, ਤਾਂ ਕਰਕੇ ਇਹਨਾਂ ਦੀ ਗਿਣਤੀ ਘਟ ਕੇ ਕਿੰਨੀ ਹੋ ਗਈ ਸੀ, 3 ਹੋ ਗਈ ਸੀ। ਠੀਕ ਹੈ, ਪਰ ਹੁਣ ਕੀ ਕੀਤਾ ਗਿਆ ਕਿ ਜਿਹੜਾ ਗਵਰਨਰ ਜਨਰਲ ਆ ਉਹ ਜਿਹੜੀ ਕਾਊਂਸਿਲ ਦੀ ਡਿਸੀਜ਼ਨ ਆ ਉਹਨੂੰ ਮਤਲਬ ਉਹਦੇ ਉੱਤੇ ਜ਼ਿਆਦਾ ਪਾਵਰ ਕਿਹਦੀ ਹੋ ਗਈ, ਹੁਣ ਗਵਰਨਰ ਜਨਰਲ ਦੀ ਹੋ ਗਈ, ਉਹਨੂੰ ਓਵਰਰਾਈਡ ਕਰ ਸਕਦਾ। ਅਗਰ ਕਿਸੇ ਮੁੱਦੇ ਦੇ ਉੱਤੇ ਸਹਿਮਤੀ ਨਹੀਂ ਬਣ ਰਹੀ ਤਾਂ ਜਿਹੜਾ ਗਵਰਨਰ ਜਨਰਲ ਆ ਸਪੈਸ਼ਲ ਕੰਡੀਸ਼ਨ ਦੇ ਵਿੱਚ, ਸਪੈਸ਼ਲ ਸਰਕਮਸਟਾਂਸਿਸ ਦੇ ਵਿੱਚ ਜਿਹੜੀ ਕਾਊਂਸਿਲ ਆ ਉਹਦੀ ਡਿਸੀਜ਼ਨ ਨੂੰ ਓਵਰਰਾਈਡ ਕਰ ਸਕਦਾ। ਇਸ ਤੋਂ ਇਲਾਵਾ ਜਦੋਂ ਵੀ ਗਵਰਨਰ ਜਨਰਲ ਆ ਜਿਹੜਾ ਬੰਗਾਲ ਤੋਂ ਐਬਸੈਂਟ ਹੋਊਗਾ, ਠੀਕ ਹੈ, ਮਤਲਬ ਕਿ ਉਸ ਟਾਈਮ ਬੰਗਾਲ ਦੇ ਵਿੱਚ ਨਹੀਂ ਪ੍ਰੈਜ਼ੈਂਟ ਹੈਗਾ, ਤਾਂ ਉਹ ਆਪਣੀ ਜਗ੍ਹਾ ਦੇ ਉੱਤੇ ਵਾਈਸ ਪ੍ਰੈਜ਼ੀਡੈਂਟ ਨਿਯੁਕਤ ਕਰਕੇ ਜਾਊਗਾ ਕਾਊਂਸਿਲ ਦੇ ਮੈਂਬਰਾਂ ਦੇ ਵਿੱਚੋਂ। ਠੀਕ ਹੈ, ਤੇ ਉਹ ਉਹਦੇ ਬਿਹਾਫ ਦੇ ਉੱਤੇ ਡਿਸੀਜ਼ਨ ਲੈ ਸਕਦਾ। ਨੈਕਸਟ ਆਪਣੇ ਕੋਲ ਆ ਜਾਂਦਾ ਹੀ ਵਾਜ਼ ਆਲਸੋ ਗਿਵਨ ਅਥਾਰਟੀ ਓਵਰ ਦਾ ਗਵਰਨਰਸ ਆਫ ਮਦਰਾਸ ਐਂਡ ਬੰਬਈ। ਇਹ ਵਾਲਾ ਪੁਆਇੰਟ ਤੇ ਇਸ ਤੋਂ ਨੈਕਸਟ ਵਾਲਾ ਪੁਆਇੰਟ ਸੇਮ ਹੀ ਨੇ, ਮਤਲਬ ਥੋੜਾ ਜਿਹਾ ਘੁਮਾ ਕੇ ਜੇ ਗੱਲ ਹੋਈ ਆ। ਮੇਨ ਗੱਲ ਕੀ ਹੈ ਕਿ ਮਦਰਾਸ ਤੇ ਬੰਬਈ ਦੇ ਨਾਲੋਂ ਜਿਹੜੇ ਮਦਰਾਸ ਤੇ ਬੰਬਈ ਦੇ ਸੀ ਉਹ ਕੀ ਸੀ, ਗਵਰਨਰ ਸੀ। ਬੰਗਾਲ ਦਾ ਕੀ ਸੀ, ਗਵਰਨਰ ਜਨਰਲ ਸੀ। ਡੈਫੀਨੇਟਲੀ ਗਵਰਨਰ ਜਨਰਲ ਕੋਲ ਗਵਰਨਰ ਨਾਲ ਤਾਂ ਜ਼ਿਆਦਾ ਹੀ ਪਾਵਰ ਹੋਣੀ ਸੀ। ਤੇ ਇਸ ਤੋਂ ਇਲਾਵਾ ਜਦੋਂ ਵੀ ਗਵਰਨਰ ਜਨਰਲ ਆਫ ਬੰਗਾਲ ਮਦਰਾਸ ਜਾਂ ਫਿਰ ਬੰਬਈ ਗਿਆ ਹੋਵੇ, ਠੀਕ ਹੈ, ਉਹ ਵਾਲੀ ਜਗ੍ਹਾ ਦੇ ਉੱਤੇ ਪ੍ਰੈਜ਼ੈਂਟ ਹੋਵੇ, ਤਾਂ ਉਸ ਟਾਈਮ ਉਹ ਮਦਰਾਸ ਤੇ ਬੰਬਈ ਦੇ ਗਵਰਨਰ ਦੇ ਡਿਸੀਜ਼ਨ ਨੂੰ ਓਵਰਰਾਈਡ ਕਰ ਸਕਦਾ। ਮਤਲਬ ਕਿ ਕਿਸੇ ਡਿਸੀਜ਼ਨ ਦੇ ਉੱਤੇ ਉਹ ਆਪਦਾ ਫੈਸਲਾ ਸੁਣਾ ਸਕਦਾ ਤੇ ਉਹ ਫਾਈਨਲ ਹੋਊਗਾ। ਤੇ ਇਸ ਤੋਂ ਇਲਾਵਾ ਕੀ ਆ, ਜਿਹੜੀ ਬੋਰਡ ਆਫ ਕੰਟਰੋਲ ਦੇ ਕੰਪੋਜੀਸ਼ਨ ਸੀ, ਮੈਂਬਰਸ ਦੀ ਕੰਪੋਜੀਸ਼ਨ ਸੀ, ਉਹਨੂੰ ਚੇਂਜ ਕਰ ਦਿੱਤਾ ਗਿਆ ਸੀ। ਪਹਿਲਾਂ ਤਾਂ 3 ਮੈਂਬਰ ਹੁੰਦੇ ਸੀ, ਆਪਾਂ ਨੂੰ ਪਤਾ ਹੀ ਆ। ਠੀਕ ਹੈ, 3 ਮੈਂਬਰ ਕਰ ਦਿੱਤੇ ਗਏ ਸੀ, ਅਸਲ ਦੇ ਵਿੱਚ ਤਾਂ 4 ਸੀ। ਤੇ ਹੁਣ 3 ਮੈਂਬਰਾਂ ਦੇ ਵਿੱਚੋਂ ਵੀ ਇੱਕ ਨੂੰ ਪ੍ਰੈਜ਼ੀਡੈਂਟ ਬਣਾ ਦਿੱਤਾ ਗਿਆ ਸੀ, ਮਤਲਬ ਕਿ ਪ੍ਰੈਜ਼ੀਡੈਂਟ ਦੀ ਪੋਜੀਸ਼ਨ ਬਣਾ ਦਿੱਤੀ ਗਈ ਸੀ। ਤੇ ਇਸ ਤੋਂ ਇਲਾਵਾ ਜਿਹੜੇ 2 ਮੈਂਬਰਸ ਹੁੰਦੇ ਸੀ ਉਹਨਾਂ ਨੂੰ ਜੂਨੀਅਰ ਮੈਂਬਰ ਬੋਲਿਆ ਜਾਂਦਾ ਸੀ। ਨੈਕਸਟ ਪੁਆਇੰਟ ਆ ਜਾਂਦਾ ਜਿਹੜੀ ਵੀ ਹੁਣ ਸੈਲਰੀ ਦਿੱਤੀ ਜਾਂਦੀ ਸੀ ਸਟਾਫ ਨੂੰ। ਦੇਖੋ ਕੰਪਨੀ ਦਾ ਕੰਮ ਕੀ ਆ, ਜਿਹੜੇ ਉਹਦੇ ਵਿੱਚ EMPLOYEES ਨੇ, ਪੂਰਾ ਸਟਾਫ ਆ, ਉਹਨਾਂ ਸਾਰਿਆਂ ਨੂੰ ਕੀ ਦੇਣੀ ਆ, ਸੈਲਰੀ ਵੀ ਦੇਣੀ ਆ, ਆਪਣਾ ਖਰਚਾ ਵੀ ਕੱਢਣਾ। ਤਾਂ ਜਿਹੜੀ ਬ੍ਰਿਟਿਸ਼ ਗੌਰਮੈਂਟ ਸੀ ਉਹਨੇ ਕੀ ਕਿਹਾ ਕਿ ਜਿਹੜੀ ਸਟਾਫ ਨੂੰ ਸੈਲਰੀ ਦੇਣੀ ਆ, ਜਿੰਨੇ ਵੀ EMPLOYEES ਨੂੰ ਸੈਲਰੀ ਦੇਣੀ ਆ, ਜਾਂ ਫਿਰ ਕਹਿ ਲਓ ਜਿਹੜੀ ਬੋਰਡ ਆਫ ਕੰਟਰੋਲ ਦੇ ਮੈਂਬਰਸ ਨੂੰ ਵੀ ਸੈਲਰੀ ਦੇਣੀ ਆ, ਉਹ ਸਾਰਾ ਕੁਝ ਕੌਣ ਚਾਰਜ ਕਰੂਗੀ, ਕੰਪਨੀ ਦੇਊਗੀ। ਉਹਦੇ ਵਿੱਚ ਬ੍ਰਿਟਿਸ਼ ਗੌਰਮੈਂਟ 1 ਰੁਪਈਆ ਨਹੀਂ ਦੇਣ ਲੱਗੀ। ਨੈਕਸਟ ਪੁਆਇੰਟ ਆ ਜਾਂਦਾ after all expenses the company had to pay the British government ₹5 lakhs from the Indian revenue annually। ਇਹਦੇ ਵਿੱਚ ਜਿਹੜਾ ਵਰਡ ਇੰਡੀਅਨ ਰਿਵੈਨਿਊ ਆ ਇਹ ਇੰਪੋਰਟੈਂਟ ਆ, ਇਹਨੂੰ ਚੰਗੀ ਤਰ੍ਹਾਂ ਦਿਮਾਗ ਦੇ ਵਿੱਚ ਰੱਖਿਓ। ਠੀਕ ਹੈ, ਜਿੰਨੇ ਵੀ ਖਰਚੇ ਕੱਢ ਦੋ, ਹੁਣ ਜਿਹੜੇ EMPLOYEES ਨੂੰ ਸੈਲਰੀ ਦੇਣੀ ਸੀ ਉਹ ਵੀ ਕੱਢ ਦੋ, ਕੰਪਨੀ ਦਾ ਜਿਹੜਾ ਖਰਚਾ ਹੋਇਆ ਉਹ ਵੀ ਇੱਕ ਸਾਈਡ ਤੇ ਰੱਖ ਦੋ, ਬੋਰਡ ਆਫ ਕੰਟਰੋਲ ਦੇ ਮੈਂਬਰਸ ਨੂੰ ਜਿਹੜੇ ਪੈਸੇ ਦੇਣੇ ਸੀ ਉਹ ਵੀ ਇੱਕ ਸਾਈਡ ਤੇ ਕਰ ਦੋ। ਆਹ ਸਾਰਾ ਖਰਚਾ ਕੱਢਣ ਤੋਂ ਬਾਅਦ ਦੇ ਵਿੱਚ ਵੀ ਜਿਹੜੀ ਕੰਪਨੀ ਸੀ ਉਹਨੂੰ ਗੌਰਮੈਂਟ ਨੂੰ 5 ਲੱਖ ਰੁਪਏ ਹਰ ਸਾਲ ਦੇਣੇ ਪੈਂਦੇ ਸੀ ਇੰਡੀਅਨ ਰਿਵੈਨਿਊ ਦੇ ਵਿੱਚੋਂ। ਠੀਕ ਹੈ, ਨੈਕਸਟ ਪੁਆਇੰਟ ਆ ਜਾਂਦਾ ਆਪਾਂ ਨੇ ਐਕਟ ਆਫ 1773 ਦੇ ਵਿੱਚ ਕਵਰ ਕਰਿਆ ਸੀ ਕਿ ਜਿਹੜੀ ਮਤਲਬ ਗੌਰਮੈਂਟ ਸੀ ਉਹਨੇ ਪ੍ਰਾਈਵੇਟ ਟ੍ਰੇਡ ਨੂੰ ਰੋਕਣ ਵਾਸਤੇ ਬਹੁਤ ਕੋਸ਼ਿਸ਼ ਕੀਤੀ ਸੀ, ਕਿਉਂਕਿ ਜਿਹੜਾ ਕਰਪਸ਼ਨ ਸੀ ਉਹ ਬਹੁਤ ਜ਼ਿਆਦਾ ਵੱਧਦਾ ਜਾ ਰਿਹਾ ਸੀ। ਪਰ ਬਾਏ ਦਾ ਟਾਈਮ ਗੌਰਮੈਂਟ ਨੂੰ ਰਿਅਲਾਈਜ਼ ਹੋਇਆ ਕਿ ਇਹਦੇ ਨਾਲ ਫਾਇਦਾ ਤਾਂ ਦੇਖੋ ਸਾਡਾ ਹੀ ਆ। ਠੀਕ ਹੈ, ਤਾਂ ਕਰਕੇ ਕੀ ਗੱਲ ਕੀਤੀ ਗਈ, ਦ ਕੰਪਨੀ ਵਾਜ਼ ਗ੍ਰਾਂਟਡ ਦ ਅਥਾਰਟੀ ਟੂ ਗ੍ਰਾਂਟ ਲਾਇਸੈਂਸਿਸ ਟੂ ਇੰਡੀਵਿਜੂਅਲ ਐਂਡ ਦ ਕੰਪਨੀ EMPLOYEES ਟੂ ਕੈਰੀ ਔਨ ਟ੍ਰੇਡ ਇਨ ਇੰਡੀਆ। ਮਤਲਬ ਕਿ ਜਿਹੜੀ ਕੰਪਨੀ ਆ ਉਹ ਲਾਇਸੈਂਸ ਦੇ ਸਕਦੀ ਆ ਕਿਹਨਾਂ ਨੂੰ, ਜਾਂ ਤਾਂ ਕੋਈ ਇੰਡੀਵਿਜੂਅਲ ਬੰਦਾ ਜੇ ਟ੍ਰੇਡ ਕਰਨਾ ਚਾਹੁੰਦਾ ਉਹ ਵੀ ਕਰ ਸਕਦਾ। ਇਸ ਤੋਂ ਇਲਾਵਾ ਜਿਹੜੇ ਕੰਪਨੀ ਦੇ EMPLOYEES ਨੇ ਉਹ ਆਪਣੇ ਬਿਹਾਫ ਦੇ ਉੱਤੇ ਟ੍ਰੇਡ ਕਰ ਸਕਦੇ ਨੇ। ਠੀਕ ਹੈ,
ਤਾਂ ਇਹ ਵਾਲੀ ਚੀਜ਼ ਨੂੰ ਕੀ ਬੋਲਿਆ ਗਿਆ, ਪ੍ਰਿਵਿਲੇਜ ਵੀ ਬੋਲ ਸਕਦੇ ਆ ਜਾਂ ਫਿਰ ਆਪਾਂ ਕੰਟਰੀ ਟ੍ਰੇਡ ਵੀ ਬੋਲ ਸਕਦੇ ਆ। ਤਾਂ ਇਹ ਸਾਰੇ ਐਕਟ ਦੇ ਵਿੱਚ ਸਿਰਫ ਇੰਨੇ ਕੀ ਪੁਆਇੰਟ ਸੀ। ਤੇ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ। ਜੇ ਕੋਈ ਡਾਊਟ ਹੋਊਗਾ ਤਾਂ ਤੁਸੀਂ ਪੁੱਛ ਸਕਦੇ ਹੋ, ਅਦਰਵਾਈਜ਼ ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ। ਥੈਂਕ ਯੂ।